ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹ ਮਾਨ। ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੋ ਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜ਼ੋਰ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਊੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸੁਆਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰਿਆਉ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਰੂਪ ਸਾਧ ਸੰਗਤ ਜੀ, ਜਪਜੀ ਸਾਹਿਬ ਜੀ ਦੀ 16ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੁਦਰਤ ਦੇ ਬਾਰੇ ਗਿਆਨ ਬਖਸ਼ਿਸ਼ ਕਰ ਰਹੇ ਨੇ। ਔਰ ਇਸ ਵਿਸ਼ੇ ਤੇ ਗੁਰੂ ਸਾਹਿਬ ਜੀ ਨੇ 4 ਪੌੜੀਆਂ ਉਚਾਰਨ ਕੀਤੀਆਂ, ਜਿਨ੍ਹਾਂ ਵਿੱਚ ਮੂਲ ਪ੍ਰਕਰਨ ਇਹੀ ਹੈ ਕਿ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ 4 ਪੌੜੀਆਂ ਪਿਛਲੀਆਂ ਜੋ ਅਸੀਂ ਮੰਨੇ ਵਾਲੀਆਂ ਵਿਚਾਰੀਆਂ ਹਨ, ਮੈਂ ਉਹਨਾਂ ਬਾਰੇ ਜ਼ਿਕਰ ਕਰ ਰਿਹਾ ਹਾਂ। ਹੁਣ ਗੁਰੂ ਸਾਹਿਬ ਜੀ ਇਸ ਪੌੜੀ ਦੇ ਵਿੱਚ ਉਹਨਾਂ 4 ਪੌੜੀਆਂ ਤੋਂ ਬਾਅਦ ਇਹ ਪੰਚ ਪ੍ਰਵਾਨ ਵਾਲੀ ਜਿਹੜੀ ਪੌੜੀ ਹੈ, ਇਹਦੇ ਰਾਹੀਂ ਅੱਗੇ ਵਿਸਥਾਰ ਕਰ ਰਹੇ ਨੇ। ਗੱਲ ਤੇ ਇਹ ਹੈ, ਜਿਸ ਮਨੁੱਖ ਨੇ ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਸਲਾਹ ਵਡਿਆਈ ਨੂੰ ਸੁਣਿਆ ਤੇ ਇਕੱਲਾ ਸੁਣਿਆ ਨਹੀਂ, ਉਸ ਨੂੰ ਮੰਨਿਆ, ਉਹ ਇਸ ਪੌੜੀ ਤੱਕ ਆਪਣੀ ਪਹੁੰਚ ਕਰਦਾ ਹੈ। ਉਹ ਇਸ ਅਵਸਥਾ ਤੱਕ ਪਹੁੰਚ ਕਰਦਾ ਹੈ, ਉਹ ਇਸ ਗਿਆਨ ਤੱਕ ਪਹੁੰਚ ਕਰਦਾ ਹੈ, ਉਹ ਇਸ ਸਮਝ ਨੂੰ ਫਿਰ ਪ੍ਰਾਪਤ ਕਰ ਲੈਂਦਾ ਹੈ। ਮੈਂ ਕੌਣ ਹਾਂ ਕਿ ਇਸ ਕੁਦਰਤ ਦੀ ਵਿਚਾਰ ਕਰ ਸਕਾਂ, ਕੁਦਰਤ ਦੀ ਮਹਿਮਾ ਨੂੰ ਗਾਇਨ ਕਰ ਸਕਾਂ। ਗੁਰੂ ਸਾਹਿਬ ਕਹਿੰਦੇ, ਮੈਂ ਤੇ ਇੱਕ ਵਾਰ ਉਸ ਪ੍ਰਮਾਤਮਾ ਤੋਂ, ਉਹਦੀ ਕੁਦਰਤ ਤੋਂ ਸਦਕੇ ਹੋਣ ਦੀ ਸਮਰੱਥਾ ਵੀ ਨਹੀਂ ਰੱਖਦਾ। ਵਾਰਿਆ ਨਾ ਜਾਵਾਂ ਏਕ ਵਾਰ।
ਕੁਦਰਤ ਦੇ ਵਿੱਚ ਕੀ ਹੋ ਰਿਹਾ, ਕੁਦਰਤ ਕਿੰਨੀ ਵੱਡੀ ਹੈ, ਇਹ ਵਰਣਨ ਤੋਂ ਪਰੇ ਹੈ। ਪਰ ਫਿਰ ਵੀ ਕੁਝ ਮਾਤਰ ਕੁਦਰਤ ਵਿੱਚ ਜੋ ਸ੍ਰੇਸ਼ਟ ਪੁਰਸ਼ ਨੇ, ਸਤਿਗੁਰੂ ਜੀ ਪਹਿਲਾਂ ਉਹਨਾਂ ਦਾ ਜ਼ਿਕਰ ਕਰਦੇ ਨੇ। ਫਿਰ ਮੈਂ ਬੇਨਤੀ ਕਰ ਰਿਹਾ ਕਿ ਗੱਲ ਉੱਥੋਂ ਆਰੰਭ ਹੋਏਗੀ ਕਿ ਜਿਨ੍ਹੇ ਸੁਣਿਆ ਹੈ, ਜਿਨ੍ਹੇ ਮੰਨਿਆ ਹੈ, ਉਹ ਪੰਜ ਪ੍ਰਵਾਨ ਤੱਕ ਪਹੁੰਚਦਾ ਹੈ। ਹੁਣ ਪੰਜ ਦਾ ਅਰਥ ਤੇ ਇਹੋ ਹੈ ਕਿ ਉਹ ਪੁਰਸ਼ ਜੋ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਜਿਨ੍ਹਾਂ ਨੇ ਸੁਣਿਆ ਮੰਨਿਆ ਹੈ, ਜਿਨ੍ਹਾਂ ਦੀ ਸੁਰਤ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਈ ਹੈ, ਉਹ ਪੰਚ ਨੇ। ਪੰਚ ਦੇ ਅਰਥ ਵਿਦਵਾਨਾਂ ਨੇ ਅਲੱਗ-ਅਲੱਗ ਕੀਤੇ ਨੇ। ਪੰਚ ਉਹਨੂੰ ਵੀ ਕਹਿ ਦਿੱਤਾ ਜਾਂਦਾ ਹੈ ਜੋ ਸਾਡੇ ਸਮਾਜ ਦੇ ਵਿੱਚ ਸਮਾਜਿਕ, ਧਾਰਮਿਕ, ਰਾਜਨੀਤਿਕ ਫੈਸਲੇ ਕਰਦੇ ਨੇ। ਅਕਸਰ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਕੁਝ ਲੋਕ ਹੋਇਆ ਕਰਦੇ ਨੇ ਜਿਨ੍ਹਾਂ ਨੂੰ ਪਿੰਡ ਦਾ, ਕਸਬੇ ਦਾ ਆਗੂ ਮੰਨਿਆ ਜਾਂਦਾ ਹੈ, ਔਰ ਉਹ ਲੋਕ ਪਿੰਡਾਂ ਦੇ, ਕਸਬਿਆਂ ਦੇ ਜੋ ਮਸਲੇ ਹੋਣ ਉਹਨਾਂ ਦੇ ਫੈਸਲੇ ਕਰਦੇ ਨੇ। ਉਹਨਾਂ ਨੂੰ ਆਗੂ ਮੰਨਿਆ ਜਾਂਦਾ ਹੈ ਪਿੰਡ ਦਾ। ਪੰਚ ਆਪਾਂ ਸ਼ਬਦ ਵਰਤਦੇ, ਪੰਚ, ਸਰਪੰਚ। ਹੁਣ ਪੰਚ ਤੋਂ ਮੁਰਾਦ ਪੰਜ ਵੀ ਹੈ, ਤੇ ਪੰਜਾਂ ਦੀ ਜਿਹੜੀ ਸਮਰੱਥਾ ਹੈ, ਜਦ ਇੱਕ ਦੇ ਵਿੱਚ ਹੋਵੇ, ਪੰਜਾਂ ਦੀ ਸਮਰੱਥਾ, ਪੰਜਾਂ ਦੀ ਤਾਕਤ ਜਦ ਇੱਕ ਦੇ ਵਿੱਚ ਹੋਵੇ, ਪੰਜਾਂ ਦੀ ਤਾਕਤ ਜਦ ਇੱਕ ਦੇ ਵਿੱਚ ਸਮਾ ਜਾਏ, ਮਾਣ ਪ੍ਰਾਪਤ ਕਰਕੇ ਉਹ ਪ੍ਰਮਾਤਮਾ ਦੇ ਨਾਲ ਜੁੜ ਜਾਏ, ਉਸ ਵਾਸਤੇ ਸ਼ਬਦ ਪੰਚ ਵਰਤਿਆ ਗਿਆ ਵੀ ਇਹ ਪੰਚ ਹੈ ਜੀ। ਪਰ ਇੱਥੇ ਪੰਚ ਤੋਂ ਮੁਰਾਦ ਆਪਾਂ ਲਵਾਂਗੇ ਉਹ ਸੰਤ ਜਨ, ਗੁਰਮੁਖ ਜਨ ਜੋ ਪ੍ਰਮਾਤਮਾ ਦੇ ਨਾਲ ਜੁੜਿਆ ਹੈ। ਪ੍ਰਮਾਤਮਾ ਸਭ ਤੋਂ ਉੱਚਾ ਹੈ, ਉਹਦੇ ਨਾਲ ਜੁੜਨ ਵਾਲਾ ਵੀ ਉੱਚਾ ਹੁੰਦਾ। ਪੰਚ ਹੁੰਦਾ, ਮੁਖੀਆ ਹੁੰਦਾ, ਸਰਮੌਰ ਹੁੰਦਾ। ਸਭ ਕਹਿੰਦੇ ਪੰਚ ਪ੍ਰਵਾਨ, ਇਹ ਜੋ ਸੰਤ ਜਨ ਨੇ, ਗੁਰਮੁਖ ਜਨ ਨੇ, ਇਹ ਜੋ ਪੰਚ ਹਨ, ਇਹ ਜਗਤ ਨੂੰ ਕਬੂਲ ਨੇ। ਪੰਚ ਪ੍ਰਵਾਨ ਕਿਹੜੇ? ਜਿਨ੍ਹਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਸੁਣਿਆ, ਮੰਨਿਆ, ਪ੍ਰਮਾਤਮਾ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਮੰਨਿਆ, ਪ੍ਰਵਾਨ ਕੀਤਾ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਉਹ ਪੰਚ ਜਨ। ਸਾਹਿਬ ਕਹਿੰਦੇ ਪ੍ਰਵਾਨ ਨਿਰੰਕਾਰ ਨੂੰ ਤੇ ਪ੍ਰਵਾਨ ਹੈ ਹੀ ਨੇ। ਸਾਹਿਬ ਕਹਿੰਦੇ ਉਹ ਸੰਸਾਰ ਨੂੰ ਵੀ ਪ੍ਰਵਾਨ ਨੇ, ਸੰਸਾਰ ਵੀ ਉਹਨਾਂ ਨੂੰ ਕਬੂਲ ਕਰਦਾ ਹੈ। ਪ੍ਰਵਾਨ ਦਾ ਅਰਥ ਹੈ ਪ੍ਰਵਾਨ ਕਰਨਾ, ਮਨਜ਼ੂਰ ਕਰਨਾ, ਕਬੂਲ ਕਰਨਾ। ਸਾਹਿਬ ਕਹਿੰਦੇ ਉਹ ਪੰਚ ਜਨ, ਉਹ ਗੁਰਮੁਖ ਜਨ ਸੰਸਾਰ ਪ੍ਰਵਾਨ ਕਰਦਾ ਹੈ, ਕਬੂਲ ਕਰਦਾ ਹੈ। ਉਹ ਗੁਰਮੁਖ ਜਨ ਸੰਸਾਰ ਦੇ ਵਿੱਚ ਪ੍ਰਧਾਨ ਨੇ, ਆਗੂ ਮੰਨੇ ਜਾਂਦੇ ਨੇ। ਸੰਸਾਰ ਦੇ ਵਿੱਚ ਉਹਨਾਂ ਨੂੰ ਵੱਡਿਆਂ ਮੰਨਿਆ ਜਾਂਦਾ। ਇਹ ਤੇ ਗੁਰੂ ਕੀ ਬਾਣੀ ਨੇ ਵੀ ਸ਼ਬਦ ਵਰਤਿਆ ਨਾ ਕਿ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹਨੇ ਮੇਰੇ ਪ੍ਰਮਾਤਮਾ ਨੂੰ, ਮੇਰੇ ਗੁਰੂ ਨੂੰ ਪੂਜਿਆ, ਯਾਦ ਕੀਤਾ, ਗੁਰੂ ਨੇ ਉਹਨੂੰ ਵੀ ਵੱਡਿਆਂ ਕਰਤਾ। ਸੁਣ ਵੱਡਾ ਆਖਿਆ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਹੁਣ ਉਹ ਪੰਚ ਪ੍ਰਧਾਨ ਜਿੱਥੇ ਉਹ ਸੰਸਾਰ ਦੇ ਵਿੱਚ ਕਬੂਲ ਹੋ ਗਏ, ਸਾਹਿਬ ਕਹਿੰਦੇ ਉਹ ਸੰਸਾਰ ਦੇ ਵਿੱਚ ਆਗੂ ਮੰਨੇ ਜਾਂਦੇ ਨੇ, ਪ੍ਰਧਾਨ ਮੰਨੇ ਜਾਂਦੇ ਨੇ, ਸ੍ਰੇਸ਼ਟ ਮੰਨੇ ਜਾਂਦੇ ਨੇ, ਬਾਕੀਆਂ ਤੋਂ ਵੱਡੇ ਮੰਨੇ ਜਾਂਦੇ ਨੇ। ਤੇ ਜਿਹੜੇ ਸੰਸਾਰ ਨੂੰ ਪ੍ਰਵਾਨ ਨੇ ਉਹ ਨਿਰੰਕਾਰ ਨੂੰ ਪ੍ਰਵਾਨ ਨਾ ਹੋਣਗੇ। ਜਿਹੜੇ ਸੰਸਾਰ ਨੇ ਪ੍ਰਵਾਨ ਕਰ ਲਏ, ਕਬੂਲ ਕਰ ਲਏ, ਵੱਡੇ ਮੰਨ ਲਏ, ਨਿਰੰਕਾਰ ਨੇ ਉਹਨਾਂ ਨੂੰ ਵੱਡਿਆਂ ਕੀਤਾ ਹੈ।